ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ ਤੇ ਅਸਲਾਮ ਅਲੈਕਮ। ਟੇਕ ਵਨ ਫਿਲਮ ਤੇ ਅਲਫਾਜ਼ੇ ਜਜ਼ਬਾਤ ਦੀ ਅੱਜ ਦੀ ਇਸ ਬਜ਼ਮ ਦੇ ਵਿੱਚ ਮੈਂ ਰਾਜ ਅੰਮ੍ਰਿਤਸਰ ਤੋਂ ਤੁਹਾਡੇ ਰੂਬਰੂ ਲੈ ਕੇ ਆਇਆ ਹਾਂ ਇੱਕ ਅਜਿਹੀ ਮੁਟਿਆਰ ਦੀ ਤਾਰੀਫ ਜਿਸ ਦੀ ਉਮਰ ਕੋਈ 7000 ਸਾਲ ਪੁਰਾਣੀ ਹੈ ਤੇ ਅੱਜ ਉਸ ਦੇ ਬਾਰੇ ਵਿੱਚ ਜੇਕਰ ਤੁਸੀਂ ਸੁਣੋਗੇ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਪਸੰਦ ਵੀ ਕਰੋਗੇ ਤੇ ਤੁਸੀਂ ਕੁਝ ਗਹਿਰਾ ਸੋਚੋਗੇ ਵੀ। ਮੇਰੀ ਮਾਂ ਦੀ ਮਾਂ ਤੇ ਉਸ ਦੀ ਮਾਂ ਦੀ ਮਾਂ ਵਿਚਕਾਰ ਇੱਕ ਅਜਿਹੀ ਮਾਂ ਮੌਜੂਦ ਹੈ ਜੋ ਜੀਬ ਦੇ ਰੱਥ ਤੇ ਸਵਾਰ ਹੋ ਕੇ ਸਦੀਆਂ ਤੋਂ ਸਫ਼ਰ ਕਰਦੀ ਆ ਰਹੀ ਹੈ। ਹਾਂ ਦੋਸਤੋ, ਇਹੀ ਧਰਤੀ ਤੋਂ ਬਾਅਦ ਸਭ ਤੋਂ ਉੱਚੀ ਮਾਂ ਦੇ ਤੌਰ ਤੇ ਸ਼ੁਮਾਰ ਹੁੰਦੀ ਹੈ, ਜਿਸ ਨੂੰ ਅਸੀਂ ਮਾਂ ਬੋਲੀ ਕਹਿ ਕੇ ਬੁਲਾਉਂਦੇ ਹਾਂ। ਅੱਜ ਮੇਰੀ ਗੱਲ ਤੇ ਮੇਰੇ ਕਾਵਰੂਪੀ ਬੋਲਾਂ ਦਾ ਵਿਸ਼ਾ ਮੇਰੀ ਮਾਂ ਬੋਲੀ ਪੰਜਾਬੀ ਹੈ। ਦੋਸਤੋ, ਧਰਤੀ ਦੇ ਰੰਗਮੰਚ ਤੇ ਕੋਈ 6809 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਤੇ ਮੇਰੇ ਮੌਜੂਦਾ ਮੁਲਕ ਵਿੱਚ ਇਹਨਾਂ ਭਾਸ਼ਾਵਾਂ ਦੀ ਗਿਣਤੀ ਲਗਭਗ 121 ਹੈ। ਦੇਸ਼ ਦੇ ਸੰਵਿਧਾਨ ਵਿੱਚ ਮਾਨਤਾ ਪ੍ਰਾਪਤ 22 ਭਾਸ਼ਾਵਾਂ ਵਿੱਚ ਮੇਰੀ ਮਾਂ ਬੋਲੀ ਪੰਜਾਬੀ ਬੇਹੱਦ ਵਿਸ਼ੇਸ਼ ਦਰਜਾ ਰੱਖਦੀ ਹੈ। ਇਸ ਤੋਂ ਪਹਿਲਾਂ ਕਿ ਮੈਂ ਆਪਣੀ ਮਾਂ ਬੋਲੀ ਦੀ ਗੱਲ ਕਰਾਂ, ਮੈਂ ਗੱਲ ਆਪਣੇ ਪੰਜਾਬ ਦੀ ਧਰਤ ਤੇ ਇਸ ਦੇ ਇਤਿਹਾਸ ਦੀ ਸੰਖੇਪ ਰੂਪ ਵਿੱਚ ਸਾਂਝੀ ਕਰਨੀ ਪਸੰਦ ਕਰਾਂਗਾ। ਦੋਸਤੋ, ਪਿਛਲੇ ਸਾਲ ਪੰਜਾਬ ਦਿਵਸ ਤੇ ਕੁਝ ਕਵਿਤਾ ਰੂਪੀ ਸ਼ਬਦ ਭਾਵ ਹਿੰਦ ਵਾਸੀਆਂ ਨਾਲ ਹਿੰਦੀ ਕਵਿਤਾ ਦੇ ਰੂਪ ਵਿੱਚ ਸਾਂਝੇ ਕੀਤੇ ਸਨ, ਜਿਸ ਦੇ ਬੋਲ ਸਨ: ਸਪਤ ਸਿੰਧੂ पंजाब हुआ, फिर बंटा 2.5 आब हुआ, कटता बटता यह अजब देश किसी बीते युग का खाब हुआ। ਭਾਰਤੀ ਸੱਭਿਅਤਾ ਦਾ ਕੇਂਦਰ ਪੰਜਾਬ ਸਪਤ ਸਿੰਧੂ ਤੋਂ ਬਾਅਦ 5 ਦਰਿਆਵਾਂ ਤੱਕ ਦਾ ਸਫ਼ਰ ਤੇ 5 ਦਰਿਆਵਾਂ ਤੋਂ 2.5 ਆਬਾਂ ਤੱਕ ਸਿਮਟ ਜਾਣ ਦੀ ਬੇਹੱਦ ਮੰਦਭਾਗੀ ਘਟਨਾ। ਦੋਸਤੋ, ਪੰਜਾਬ ਦਾ ਜ਼ਮੀਨੀ ਆਕਾਰ ਜ਼ਰੂਰ ਛੋਟਾ ਹੋਇਆ, ਪਰ ਹਰ ਵੰਡੇ ਹੋਏ ਪੰਜਾਬ ਦੇ ਟੁਕੜੇ ਤੇ ਅੱਜ ਤੱਕ ਇੱਕ ਮਾਂ ਸਭ ਬੱਚਿਆਂ ਨਾਲ ਸਾਂਝੀ ਤੌਰ ਤੇ ਵਸਦੀ ਆ ਰਹੀ ਹੈ, ਜਿਸ ਨੂੰ ਪੰਜਾਬੀ ਬੋਲੀ ਕਿਹਾ ਜਾਂਦਾ ਹੈ। ਉਹ ਪੰਜਾਬੀ ਬੋਲੀ ਜੋ ਗੁਰੂਆਂ, ਪੀਰਾਂ, ਫਕੀਰਾਂ, ਮਲੰਗਾਂ, ਰਾਜਿਆਂ, ਮਹਾਰਾਜਿਆਂ ਤੇ ਹਰ ਯੁੱਗ ਵਿੱਚ ਵਸਦੀ ਅਪਾਰ ਖਲਕਤ ਦੀ ਸਾਂਝੀ ਮਾਂ ਦੇ ਤੌਰ ਤੇ ਕੰਮ ਕਰਦੀ ਆ ਰਹੀ ਹੈ। ਮੇਰੀ ਮਾਂ ਬੋਲੀ ਪੰਜਾਬੀ ਦੀਆਂ ਕੁੱਲ 28 ਬੋਲੀਆਂ ਹਨ ਤੇ ਧਰਤੀ ਤੇ ਲਗਭਗ 13 ਤੋਂ 14 ਕਰੋੜ ਜ਼ੁਬਾਨਾਂ ਦੇ ਜ਼ਰੀਏ ਇੱਕ ਵਿਸ਼ੇਸ਼ ਪਹਿਚਾਨ ਰੱਖਦੀ ਹੈ ਮੇਰੀ ਮਾਂ ਬੋਲੀ ਪੰਜਾਬੀ। ਪ੍ਰਮਾਣ ਕਹਿੰਦੇ ਹਨ ਕਿ ਮੇਰੀ ਮਾਂ ਬੋਲੀ ਸ਼ੁਰੂ ਤੋਂ ਹੀ ਸੁਤੰਤਰ ਤੇ ਵਿਲੱਖਣ ਰਹੀ ਹੈ। ਇਸ ਨੂੰ ਸ਼ਾਹਮੁਖੀ ਤੇ ਗੁਰਮੁਖੀ ਦੇ ਨਾਵਾਂ ਨਾਲ ਜਾਣਿਆ ਜਾਂਦਾ ਹੈ। ਜੇਕਰ ਫਰੀਦ ਬੋਲੇ ਤੇ ਸ਼ਾਹਮੁਖੀ, ਤੇ ਜੇਕਰ ਨਾਨਕ ਬਾਣੀ ਬੋਲੇ ਤੇ ਗੁਰਮੁਖੀ। ਦੋਸਤੋ, ਮਾਂ ਬੋਲੀ ਦਿਵਸ ਦੇ ਮੌਕੇ ਤੇ ਮੇਰੇ ਭਾਵ ਆਪਣੀ ਮਾਂ ਬੋਲੀ ਦੇ ਇਤਿਹਾਸ ਦੀ ਗਾਥਾ ਗਾਉਂਦੇ ਨਹੀਂ ਹਨ, ਬਲਕਿ ਉਸ ਨੂੰ ਬਚਾਉਣ ਨਾਲ ਸੰਬੰਧ ਰੱਖਦੇ ਹਨ। ਦੁਨੀਆ ਇਸ ਗੱਲ ਨੂੰ ਮੰਨ ਗਈ ਹੈ ਕਿ ਪੰਜਾਬੀ ਬੋਲ ਤੇ ਪੰਜਾਬੀ ਬੋਲੀ ਦੀ ਤਾਣ ਪੈਰਾਂ ਵਿੱਚ ਥਿਰਕਣ ਭਰ ਦਿੰਦੇ ਹਨ ਤੇ ਨੱਚਣ ਲਈ ਮਜਬੂਰ ਕਰ ਦਿੰਦੇ ਹਨ। ਦੁਨੀਆ ਦੇ ਹਰ ਉਸ ਸ਼ਖਸ ਨੂੰ ਜਿਹੜਾ ਭਾਵੇਂ ਪੰਜਾਬੀ ਜਾਣਦਾ ਹੈ ਤੇ ਭਾਵੇਂ ਪੰਜਾਬੀ ਨਹੀਂ ਜਾਣਦਾ,
ਪਰ ਅਸੀਂ ਪੰਜਾਬੀ ਕਿਉਂ ਭੁੱਲੀ ਜਾ ਰਹੇ ਹਾਂ? ਅਸੀਂ ਆਪਣੀ ਮਾਂ ਬੋਲੀ ਦੇ ਸਨਮਾਨ ਨੂੰ ਕਾਇਮ ਰੱਖਣ ਵਿੱਚ ਇੰਨੇ ਸੁਸਤ ਕਿਉਂ ਹੋ ਰਹੇ ਹਾਂ? ਆਓ ਆਪ ਸਭ ਦੇ ਲਈ ਇੱਕ ਕਵਿਤਾ ਮੈਂ ਆਪ ਸਭ ਦੇ ਰੂਬਰੂ ਸਾਂਝੇ ਤੌਰ ਤੇ ਪੇਸ਼ ਕਰਨ ਜਾ ਰਿਹਾ ਹਾਂ। ਮੈਨੂੰ ਉਮੀਦ ਹੈ ਕਿ ਮੇਰੀ ਇਹ ਕਵਿਤਾ ਤੁਹਾਨੂੰ ਬਹੁਤ ਕੁਝ ਸੋਚਣ ਲਈ ਮਜਬੂਰ ਕਰੇਗੀ। ਮੇਰੀ ਮਾਂ ਬੋਲੀ ਸਨਮਾਨ ਵਿੱਚ ਮੈਂ ਲਿਖਿਆ ਹੈ ਕਿ ਤੂੰ ਸਿਰਫ ਬੋਲੀ ਨਹੀਂ, ਸਗੋਂ ਤੂੰ ਸੱਚਮੁੱਚ ਦੀ ਮਾਂ ਹੈ। ਤੂੰ ਸਿਰਫ ਬੋਲੀ ਨਹੀਂ, ਸਗੋਂ ਤੂੰ ਸੱਚਮੁੱਚ ਦੀ ਮਾਂ ਹੈ, ਕਿਉਂਕਿ ਮੇਰੀ ਜ਼ੁਬਾਨ ਦੀ ਉਂਗਲ ਫੜ ਕੇ ਤੂੰ ਮੇਰੀ ਹਰ ਖੁਆਹਿਸ਼ ਨੂੰ ਪੂਰਾ ਕੀਤਾ ਹੈ। ਤੂੰ ਸਿਰਫ ਬੋਲੀ ਨਹੀਂ, ਸਗੋਂ ਤੂੰ ਸੱਚਮੁੱਚ ਦੀ ਮਾਂ ਹੈ, ਕਿਉਂਕਿ ਮੇਰੀ ਜ਼ੁਬਾਨ ਦੀ ਉਂਗਲ ਫੜ ਕੇ ਤੂੰ ਮੇਰੀ ਹਰ ਖੁਆਹਿਸ਼ ਨੂੰ ਪੂਰਾ ਕੀਤਾ ਹੈ। ਤੇਰੇ ਖੀਸੇ ਵਿੱਚੋਂ ਸ਼ਬਦ ਕੱਢ ਕੇ ਮੈਂ ਚੂਰੀ ਮੰਗੀ ਸੀ। ਤੇਰੇ ਖੀਸੇ ਵਿੱਚੋਂ ਸ਼ਬਦ ਕੱਢ ਕੇ ਮੈਂ ਚੂਰੀ ਮੰਗੀ ਸੀ, ਤੇ ਤੇਰੇ ਬੋਲਾਂ ਰਾਹੀਂ ਮੈਂ ਪਾਣੀ ਪੀਤਾ ਹੈ। ਤੂੰ ਮਾਂ ਹੀ ਤੇ ਹੈ, ਕਿਉਂਕਿ ਤੂੰ ਕਿਤਾਬ ਦੇ ਹਰਫਾਂ ਵਿੱਚ ਹੱਸਦੀ ਰਹੀ ਤੇ ਜ਼ਿੰਦਗੀ ਦੇ ਭੇਤ ਦੱਸਦੀ ਰਹੀ। ਤੂੰ ਮਾਂ ਹੀ ਤੇ ਹੈ, ਕਿਉਂਕਿ ਤੂੰ ਕਿਤਾਬ ਦੇ ਹਰਫਾਂ ਚੋਂ ਹੱਸਦੀ ਰਹੀ ਤੇ ਜ਼ਿੰਦਗੀ ਦੇ ਭੇਤ ਦੱਸਦੀ ਰਹੀ। ਮੈਂ ਤੇਰੀ 35 ਦੇ ਪੱਤਿਆਂ ਤੇ ਬੈਠ ਕੇ ਸ਼ਬਦਾਂ ਦੇ ਆਲਣੇ ਬਣਾਉਂਦਾ ਰਿਹਾ। ਮੈਂ ਤੇਰੀ 35 ਦੇ ਪੱਤਿਆਂ ਤੇ ਬੈਠ ਕੇ ਸ਼ਬਦਾਂ ਦੇ ਆਲਣੇ ਬਣਾਉਂਦਾ ਰਿਹਾ, ਕਦੀ ਲਿਖ ਕੇ, ਕਦੇ ਗਾ ਕੇ ਤੇ ਕਦੇ ਬੋਲ ਕੇ ਜ਼ਿੰਦਗੀ ਦੀ ਕਿਤਾਬ, ਜ਼ਿੰਦਗੀ ਦੀ ਦੁਕਾਨ ਸਜਾਉਂਦਾ ਰਿਹਾ। ਸੁਣਨੀ ਧਰਤ ਦੀਏ ਸਭ ਤੋਂ ਸੋਹਣੀਏ ਮਾਏ, ਸੁਣਨੀ ਧਰਤੀ ਦੀਏ ਸਭ ਤੋਂ ਸੋਹਣੀਏ ਮਾਏ, ਪੰਜ ਆਬ ਤੇਰੀ ਸਿਆਹੀ ਬਣੇ। ਸੁਣਨੀ ਧਰਤੀ ਦੀਏ ਸਭ ਤੋਂ ਸੋਹਣੀਏ ਮਾਏ, ਪੰਜ ਆਬ ਤੇਰੀ ਸਿਆਹੀ ਬਣੇ, ਤੇ ਇਹਨਾਂ ਆਬਾਂ ਦਾ ਅੰਮ੍ਰਿਤ ਲੈ ਕੇ ਅਕਾਲ ਪੁਰਖ ਦੇ ਪੈਗੰਬਰ ਅੰਮ੍ਰਿਤ ਬਾਣੀ ਲਿਖ ਗਏ। ਸੁਣਨੀ ਧਰਤ ਦੀਏ ਸਭ ਤੋਂ ਸੋਹਣੀਏ ਮਾਏ, ਪੰਜ ਆਬ ਤੇਰੀ ਸਿਆਹੀ ਬਣੇ, ਤੇ ਇਹਨਾਂ ਆਬਾਂ ਦਾ ਅੰਮ੍ਰਿਤ ਲੈ ਕੇ ਅਕਾਲ ਪੁਰਖ ਦੇ ਪੈਗੰਬਰ ਅੰਮ੍ਰਿਤ ਬਾਣੀ ਲਿਖ ਗਏ, ਤੇ ਤੇਰੇ ਪੰਜਾਬੀ ਬੱਚੇ ਜਿਉਣਾ ਸਿੱਖ ਗਏ। ਪਰ ਅਚਾਨਕ ਪਤਾ ਲੱਗਾ ਹੈ ਕਿ ਕੁਝ ਦਾਨਿਸ਼ਮੰਦਾਂ ਨੇ ਸਾਲ ਦਾ ਇੱਕ ਦਿਨ ਤੇਰੇ ਨਾਂ ਕੀਤਾ ਹੈ। ਪਰ ਅਚਾਨਕ ਪਤਾ ਲੱਗਾ ਹੈ ਕਿ ਕੁਝ ਦਾਨਿਸ਼ਮੰਦਾਂ ਨੇ ਸਾਲ ਦਾ ਇੱਕ ਦਿਨ ਤੇਰੇ ਨਾਂ ਕੀਤਾ ਹੈ, ਪਰ ਕੀ ਉਹ ਨਹੀਂ ਜਾਣਦੇ ਕਿ ਹਰ ਦਿਨ ਹੀ ਤੇਰਾ ਹੈ? ਹੇ ਮੇਰੀ ਪੰਜਾਬੀ ਬੋਲੀ, ਤੇਰੇ ਬਾਝੋਂ ਘਣਾ ਹਨੇਰਾ ਹੈ। ਅੱਜ ਤੇਰੇ ਸਤਿਕਾਰ ਲਈ ਕੁਝ ਜ਼ਰੂਰੀ ਫਰਜ਼ ਨਿਭਾ ਦੇਵਾਂ। ਤੇਰੇ ਸਤਿਕਾਰ ਲਈ ਅੱਜ ਕੁਝ ਜ਼ਰੂਰੀ ਫਰਜ਼ ਨਿਭਾ ਦੇਵਾਂ, ਢਾਈ ਦਰਿਆਵਾਂ ਦੇ ਪਾਣੀ ਦਾ ਅਰਗ ਚੜਾ ਦੇਵਾਂ। ਢਾਈ ਦਰਿਆਵਾਂ ਦੇ ਪਾਣੀ ਦਾ ਅਰਗ ਚੜਾ ਦੇਵਾਂ। ਮਾਰ ਕੇ ਤੇਰੇ ਸ਼ਬਦਾਂ ਦਾ ਅੰਮ੍ਰਿਤ ਛਿੱਟਾ, ਮਾਰ ਕੇ ਤੇਰੇ ਸ਼ਬਦਾਂ ਦਾ ਅੰਮ੍ਰਿਤ ਛਿੱਟਾ, ਪੀਲੇ ਚਿਹਰਿਆਂ ਨੂੰ ਸੁਰਖ ਬਣਾ ਦੇਵਾਂ। ਮੇਰੇ ਸਿਰ ਤੇ ਹੱਥ ਰੱਖਣੀ ਸੋਹਣੀਏ ਮਾਏ, ਮੇਰੇ ਸਿਰ ਤੇ ਹੱਥ ਰੱਖਣੀ ਸੋਹਣੀਏ ਮਾਏ, ਕਿ ਮੈਂ ਪੱਤਾ ਪੱਤਾ ਪੰਜਾਬੀ ਬਣਾ ਦੇਵਾਂ, ਕਿ ਮੈਂ ਪੱਤਾ ਪੱਤਾ ਪੰਜਾਬੀ ਬਣਾ ਦੇਵਾਂ। ਤੇ ਦੋਸਤੋ, ਇਹ ਸਨ ਮੇਰੇ ਮਾਂ ਬੋਲੀ ਪੰਜਾਬੀ ਨਾਲ ਜੁੜੇ ਗਹਿਰੇ ਜਜ਼ਬਾਤ। ਹੁਣ ਕੁਝ ਗੱਲਾਂ ਆਪ ਸਭ ਤੋਂ ਪੁੱਛਾਂ, ਕੀ ਤੁਸੀਂ ਸੱਚ ਬੋਲੋਗੇ ਜੋ ਮੈਂ ਤੁਹਾਨੂੰ ਪੁੱਛਣ ਜਾ ਰਿਹਾ ਹਾਂ? ਕਿਉਂਕਿ ਗੱਲਾਂ ਜ਼ਰੂਰੀ ਵੀ ਨੇ। ਪੰਜਾਬੀ ਹੋ ਤੇ ਪੰਜਾਬੀਅਤ ਦੇ ਸਨਮਾਨ ਨੂੰ ਸਾਹਮਣੇ ਰੱਖਦੇ ਹੋਏ ਇਹਨਾਂ ਗੱਲਾਂ ਦੇ ਜਵਾਬ ਵੀ ਬੜੇ ਜ਼ਰੂਰੀ ਹਨ।
ਇੱਕ ਗੱਲ ਦਾ ਜਵਾਬ ਦੇਣਾ। ਸੁਣੋ ਦੋਸਤੋ, ਕੀ ਤੁਸੀਂ ਸੱਚੇ ਪੰਜਾਬੀ ਹੋ ਜਾਂ ਫਿਰ ਕੂਕਦੇ ਪੰਜਾਬੀ ਹੋ? ਗੱਲ ਨੂੰ ਥੋੜਾ ਗੌਰ ਨਾਲ ਸਮਝਣਾ। ਕੀ ਤੁਸੀਂ ਸੱਚੇ ਪੰਜਾਬੀ ਹੋ ਜਾਂ ਫਿਰ ਤੁਸੀਂ ਕੂਕਦੇ ਪੰਜਾਬੀ ਹੋ? ਕੀ ਤੁਹਾਡੇ ਘਰਾਂ ਵਿੱਚ ਪੰਜਾਬੀ ਦਾ ਵਾਰਤਾਲਾਪ ਹੁੰਦਾ ਹੈ ਜਾਂ ਇੰਗਲਿਸ਼ ਦੇ ਵਿੱਚ ਗਿਟਮਿਟ ਚੱਲਦੀ ਹੈ? ਦੁਨੀਆ ਨੂੰ ਬਦਲਣ ਦੀ ਗੱਲ ਛੱਡੋ, ਕੀ ਤੁਸੀਂ ਮਾਂ ਬੋਲੀ ਦਿਵਸ ਤੇ ਇਹ ਅਹਿਦ ਕਰਦੇ ਹੋ ਕਿ ਤੁਹਾਡੇ ਘਰਾਂ ਦੀ ਸਾਂਝੀ ਜ਼ੁਬਾਨ ਤੇ ਪੰਜਾਬੀ ਦੀ ਸ਼ੁੱਧ ਜੋਤ ਜਗੇਗੀ? ਕੀ ਤੁਸੀਂ ਅਹਿਦ ਕਰਦੇ ਹੋ ਕਿ ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਦੇ ਵੀ ਘੱਟੋ ਘੱਟ ਓਨੇ ਸ਼ਬਦ ਸਿਖਾਓਗੇ ਜਿੰਨੇ ਪੂਰਾ ਸਿਰ ਅੜਾ ਕੇ ਅੰਗਰੇਜ਼ੀ ਦੇ ਸ਼ਬਦ ਸਿਖਾਉਂਦੇ ਹੋ? ਦੋਸਤੋ, ਕੀ ਤੁਸੀਂ ਅਹਿਦ ਕਰਦੇ ਹੋ ਕਿ ਆਪਸੀ ਬੋਲਚਾਲ ਵਿੱਚ ਤੁਸੀਂ ਜਾਂ ਅਸੀਂ ਸਾਰੇ ਪੰਜਾਬੀ ਮਾਂ ਬੋਲੀ ਨੂੰ ਮਠਿਆਈ ਵਾਂਗ ਇੱਕ ਦੂਸਰੇ ਨਾਲ ਵੰਡਾਂਗੇ ਤੇ ਇਸ ਭਾਸ਼ਾ ਵਿੱਚ ਲੱਚਰ ਤੇ ਅਸਭ्य ਲੋਕਾਂ ਦੁਆਰਾ ਰਚੀਆਂ ਗਾਲਾਂ ਨੂੰ ਧੱਕਾ ਮਾਰ ਕੇ ਬਾਹਰ ਕੱਢਾਂਗੇ? ਕੀ ਤੁਸੀਂ ਵਾਅਦਾ ਕਰਦੇ ਹੋ? ਦੋਸਤੋ, ਕੀ ਤੁਸੀਂ ਵਾਅਦਾ ਕਰਦੇ ਹੋ ਕਿ ਮਾਂ ਬੋਲੀ ਦੀ ਪਛਾਣ ਤੇ ਸਨਮਾਨ ਨੂੰ ਕਾਇਮ ਕਰਨ ਲਈ ਕੇਵਲ ਕੂਕ ਨਹੀਂ ਚਾਹੀਦੀ, ਸਗੋਂ ਕਲੇਜੇ ਅੰਦਰੋਂ ਉੱਠੀ ਹੋਈ ਹੂਕ ਚਾਹੀਦੀ ਹੈ? ਆਓ ਸੋਸ਼ਲ ਮੀਡੀਆ ਤੇ ਸਿਰਫ ਰੌਲਾ ਨਾ ਪਾਈਏ, ਸਗੋਂ ਫਿਰੰਗੀ ਭਾਸ਼ਾ ਨੂੰ ਤੀਜੇ ਥਾਂ ਰੱਖਦੇ ਹੋਏ ਆਪਣੀ ਮਾਂ ਬੋਲੀ ਤੇ ਰਾਸ਼ਟਰੀ ਬੋਲੀ ਦੇ ਸਨਮਾਨ ਨੂੰ ਕਾਇਮ ਕਰੀਏ। ਕਿਉਂਕਿ ਦੋਸਤੋ, ਆਪਣੇ ਆਪਣੇ ਹੀ ਹੁੰਦੇ ਹਨ। ਧੰਨਵਾਦ। ਟੇਕ ਵਨ ਫਿਲਮ ਤੇ ਅਲਫਾਜ਼ੇ ਜਜ਼ਬਾਤ ਦੀ ਅੱਜ ਦੀ ਇਸ ਬਜ਼ਮ ਦੇ ਵਿੱਚ ਤੁਸੀਂ ਮਾਂ ਬੋਲੀ ਪੰਜਾਬੀ ਬਾਰੇ ਮੇਰੇ ਕੁਝ ਦਿਲੀ ਅਲਫਾਜ਼ ਜਿਹੜੇ ਨੇ ਉਹ ਸੁਣੇ ਹਨ। ਦੋਸਤੋ, ਜੇਕਰ ਤੁਹਾਨੂੰ ਮੇਰੇ ਭਾਵ, ਮੇਰੇ ਵਿਚਾਰ ਪਸੰਦ ਆਏ ਹੋਣ ਤੇ ਵੀਡੀਓ ਜ਼ਰੂਰ ਲਾਈਕ ਕਰਨਾ। ਇਹੋ ਜਿਹੀਆਂ ਹੋਰ ਬਹੁਤ ਚੰਗੀਆਂ ਚੰਗੀਆਂ ਟਾਕਸ ਜਿਹੜੀਆਂ ਨੇ ਉਹ ਟੇਕ ਵਨ ਫਿਲਮ ਤੇ ਅਲਫਾਜ਼ੇ ਜਜ਼ਬਾਤ ਦੇ ਜ਼ਰੀਏ ਤੁਹਾਡੇ ਨਾਲ ਕਰਦੇ ਰਹਾਂਗੇ। ਤੇ ਇਸ ਦੇ ਲਈ ਸਭ ਤੋਂ ਜ਼ਰੂਰੀ ਹੈ ਕਿ ਤੁਸੀਂ ਸਾਡਾ ਚੈਨਲ ਜਿਹੜਾ ਹੈ ਉਹ ਜ਼ਰੂਰ ਸਬਸਕ੍ਰਾਈਬ ਕਰੋ। ਮਿਲਦੇ ਰਹਾਂਗੇ, ਗੱਲਾਂ ਕਰਦੇ ਰਹਾਂਗੇ ਤੇ ਜ਼ਿੰਦਗੀ ਨੂੰ ਸੋਹਣਾ ਤੇ ਬਿਹਤਰ ਬਣਾਉਂਦੇ ਰਹਾਂਗੇ। ਧੰਨਵਾਦ।